ਹੈਲੋ। ਹਾਂਜੀ ਬੇਟੇ, ਅੱਜ ਇੱਕ ਨਵਾਂ ਚੈਪਟਰ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਚੈਪਟਰ ਨੰਬਰ 14th ਸਟੈਟਿਸਟਿਕਸ, ਅੰਕੜਾ ਵਿਗਿਆਨ। ਇਹਦੇ ਵਿੱਚ ਆਪਾਂ ਕੀ ਕਰਨਾ ਆ, ਤਿੰਨ ਤਰ੍ਹਾਂ ਦੇ ਫਾਰਮੂਲੇ ਆਪਾਂ ਕਰਨੇ ਆ। ਕੀ ਹੈ ਕਿ ਪਹਿਲਾ ਤਾਂ ਹੈਗਾ ਮੀਨ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ ਆ, ਕਿਸ ਤਰ੍ਹਾਂ ਲੱਭਦੇ ਆ ਮੀਨ ਨੂੰ। ਐਕਸ ਬਾਰ, ਐਕਸ ਦੇ ਉੱਤੇ ਆ ਜਿਹੜੀ ਲਾਈਨ ਪਈ ਹੈ ਇਹਨੂੰ ਬਾਰ ਕਹਿੰਦੇ ਆ, ਐਕਸ ਬਾਰ ਦੇ ਨਾਲ ਡਿਨੋਟ ਕਰਦੇ ਆ, ਇਹਨੂੰ ਦਰਸਾਉਂਦੇ ਆ। ਮੱਧਮਾਨ ਕਹਿੰਦੇ। ਇਹਦਾ ਫਾਰਮੂਲਾ ਹੁੰਦਾ ਸਿਗਮਾ। ਸਿਗਮਾ ਦਾ ਮਤਲਬ ਹੁੰਦਾ ਸਮ ਆਫ ਟਰਮਸ, ਜੋੜਨਾ ਜਿਹੜੀਆਂ ਰਕਮਾਂ ਦਿੱਤੀਆਂ ਹੋਣ। ਐਫ ਆਈ ਵਰਗ ਜਿਹੜਾ ਹੁੰਦਾ ਵਾਰੰਬਾਰਤਾ, ਐਫ ਆਈ ਅਤੇ ਐਕਸ ਆਈ ਨੂੰ ਮਲਟੀਪਲਾਈ ਕਰਕੇ ਜਿਹੜਾ ਉਹਨਾਂ ਦਾ ਜੋੜ ਆ ਜੇ, ਸਮ ਆ ਜੇ, ਓਵਰ ਸਿਗਮਾ ਐਫ ਆਈ। ਇਹ ਹੈਗਾ ਜੇ ਫਾਰਮੂਲਾ ਮੀਨ ਫਾਈਂਡ ਆਊਟ ਕਰਨ ਦਾ ਡਾਇਰੈਕਟ ਮੈਥਡ ਦੇ ਨਾਲ, ਪ੍ਰਤੱਖ ਵਿਧੀ ਕਹਿੰਦੇ ਇਹਨੂੰ। ਫਿਰ ਦੂਸਰੇ ਨੰਬਰ 'ਤੇ ਫਿਰ ਇੱਕ ਹੋਰ ਮੀਨ ਕੱਢਣ ਦਾ ਫਾਰਮੂਲਾ ਹੈਗਾ ਆ ਐਕਸ ਬਾਰ। ਕੀ ਹੈਗਾ, ਏ ਪਲੱਸ ਸਿਗਮਾ ਐਫ ਆਈ ਡੀ ਆਈ ਓਵਰ ਸਿਗਮਾ ਐਫ ਆਈ। ਇਹਨੂੰ ਅਜ਼ਿਊਮਡ ਮੀਨ ਮੈਥਡ ਕਹਿੰਦੇ ਆ, ਕਾਲਪਨਿਕ ਵਿਧੀ। ਹੁਣ ਏ ਦਾ ਕੀ ਮਤਲਬ ਆ, ਐਫ ਆਈ ਕੀ ਆ, ਡੀ ਆਈ ਕੀ ਆ, ਜਦੋਂ ਆਪਾਂ ਸਮ ਕਰਾਂਗੇ ਨਾ ਉਹਦੇ ਵਿੱਚ ਆਪਾਂ ਤੁਹਾਨੂੰ ਐਕਸਪਲੇਨ ਕਰ ਦਾਂਗੇ ਕਿ ਇਹ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ, ਕੀ ਕੀ ਦਿੱਤਾ ਹੁੰਦਾ ਸਟੇਟਮੈਂਟ 'ਚ, ਅਤੇ ਆਪਾਂ ਸਿੰਪਲੀਫਾਈ ਕਿੱਦਾਂ ਕਰਨਾ। ਡੀ ਆਈ ਦਾ ਫਾਰਮੂਲਾ ਦੱਸ ਦਿੱਤਾ, ਕਿੱਦਾਂ ਇਹ ਲੈਣਾ ਹੈਗਾ। ਫਿਰ ਤੀਸਰੇ ਨੰਬਰ 'ਤੇ ਫਾਰਮੂਲਾ ਹੈਗਾ, ਇਹ ਤਾਂ ਹੈਗਾ ਮੀਨ ਦਾ ਫਾਰਮੂਲਾ। ਜੇ ਉੱਥੇ ਲਿਖਿਆ ਕਿ ਡਾਇਰੈਕਟ ਮੈਥਡ ਦੇ ਨਾਲ ਕਰੋ, ਪ੍ਰਤੱਖ ਵਿਧੀ ਨਾਲ ਕਰੋ, ਫਿਰ ਇਸੇ ਦੇ ਨਾਲ ਹੀ ਕਰਨਾ। ਕਾਲਪਨਿਕ ਵਿਧੀ ਲਿਖਿਆ, ਫਿਰ ਇਸੇ ਮੈਥਡ ਦੇ ਨਾਲ ਹੀ ਕਰਨਾ। ਜੇ ਤੁਸੀਂ ਲਿਖਿਆ ਆ ਅਜ਼ਿਊਮਡ ਮੀਨ ਮੈਥਡ 'ਤੇ ਕਰ ਦਿੱਤਾ ਆਹ ਵਾਲਾ, ਫਿਰ ਗਲਤ ਹੋ ਜਾਣਾ। ਅਤੇ ਜੇ ਕੁਛ ਵੀ ਨਾ ਲਿਖਿਆ ਹੋਵੇ, ਕਿ ਸਿਰਫ ਲਿਖਿਆ ਕਿ ਮੱਧਮਾਨ ਫਾਈਂਡ ਆਊਟ ਕਰੋ, ਲੱਭੋ, ਅਤੇ ਫਿਰ ਤੁਸੀਂ ਦੋਨਾਂ 'ਚੋਂ ਜਿਹੜਾ ਮਰਜ਼ੀ ਮੈਥਡ ਅਪਲਾਈ ਕਰ ਸਕਦੇ ਆ। ਅੱਗੇ ਤੀਸਰਾ ਆ ਹੈਗਾ ਮੋਡ ਫਾਈਂਡ ਆਊਟ ਕਰਨਾ, ਬਹੁਲਕ। ਇਹਦੇ ਵਿੱਚ ਆ ਫਾਰਮੂਲਾ ਐਲ ਪਲੱਸ ਐਫ ਵਨ ਮਾਈਨਸ ਐਫ ਜ਼ੀਰੋ ਓਵਰ ਟੂ ਐਫ ਵਨ ਮਾਈਨਸ ਐਫ ਜ਼ੀਰੋ ਮਾਈਨਸ ਐਫ ਟੂ ਇਨਟੂ ਐਚ। ਇਹ ਕਿਸ ਤਰ੍ਹਾਂ ਵੈਲਿਊਜ਼ ਲੈਣੀਆਂ, ਇਹ ਗਿਵਨ ਹੁੰਦੀ ਸਟੇਟਮੈਂਟ 'ਚ, ਉਹਦੇ 'ਚੋਂ ਦੇਖ ਕੇ ਲੈਣੀਆਂ ਹੁੰਦੀਆਂ। ਫਿਰ ਲਾਸਟ ਵਾਲਾ ਹੈਗਾ ਮੋਡ, ਮੀਡੀਅਨ ਫਾਈਂਡ ਆਊਟ ਕਰਨਾ, ਫੋਰਥ ਵਾਲਾ ਮੀਡੀਅਨ, ਮੱਧਿਕਾ। ਐਲ ਪਲੱਸ ਐਨ ਓਵਰ ਟੂ ਮਾਈਨਸ ਸੀ ਐਫ ਓਵਰ ਐਫ ਇਨਟੂ ਐਚ। ਇਹ ਇੱਕ ਨੰਬਰ ਦਾ ਸਮ ਪੇਪਰ 'ਚ ਸਿੱਧਾ ਡਾਇਰੈਕਟ ਆ ਜਾਂਦਾ ਆ ਕਿ ਮੋਡ ਦਾ ਫਾਰਮੂਲਾ ਲਿਖੋ, ਮੀਡੀਅਨ ਦਾ ਫਾਰਮੂਲਾ ਲਿਖੋ, ਜਾਂ ਇਹਨਾਂ ਤਿੰਨਾਂ ਦੇ ਵਿਚਕਾਰ ਕਿਹਦੇ ਕਿਹਦੇ, ਮੀਨ, ਮੋਡ ਅਤੇ ਮੀਡੀਅਨ ਦੇ ਵਿਚਕਾਰ ਰਿਲੇਸ਼ਨ ਕੀ ਹੈਗਾ, ਇਹਨਾਂ ਦੇ ਵਿੱਚ ਆਪਸ ਵਿੱਚ ਕੀ ਸੰਬੰਧ ਹੈਗਾ, ਉਹ ਫਾਰਮੂਲਾ ਆਪਾਂ ਲਿਖ ਦੇਣਾ। 3 ਟਾਈਮਸ ਮੀਡੀਅਨ ਇਜ਼ ਇਕੁਅਲ ਟੂ ਮੋਡ ਪਲੱਸ 2 ਮੀਨ, ਮਤਲਬ 2 ਇੰਟੂ ਮੀਨ। 3 ਗੁਣਾ ਮੱਧਿਕਾ ਬਰਾਬਰ ਬਹੁਲਕ ਜਮਾ 2 ਮੱਧਮਾਨ। ਇਹ ਇਹਨਾਂ ਦਾ ਆਪਸ ਵਿੱਚ ਇਹਦਾ ਰਿਲੇਸ਼ਨ ਹੈਗਾ। ਜੇ ਦੋ ਚੀਜ਼ਾਂ ਇੱਦਾਂ ਮੰਨ ਲਓ ਵੀ ਬਹੁਲਕ ਦਿੱਤਾ, ਮੱਧਮਾਨ ਵੀ ਦਿੱਤਾ, ਉਹਨੇ ਕਿਹਾ ਮੀਡੀਅਨ ਕੱਢੋ, ਅਤੇ ਇਹਨਾਂ 'ਚ ਵੈਲਿਊ ਸਿੱਧੀ ਭਰ ਦੇਣੀ ਆ, ਅਤੇ ਆਪਾਂ ਮੱਧਿਕਾ ਦੀ ਵੈਲਿਊ ਕੱਢ ਦੇਣੀ ਆ। ਇਹ ਵੀ 2 ਨੰਬਰ ਦਾ ਸਮ ਇਸ ਤਰ੍ਹਾਂ ਦਾ ਵੀ ਤੁਹਾਨੂੰ ਆ ਸਕਦਾ। ਜਾਂ ਮੱਧਿਕਾ ਦਿੱਤੀ ਆ, ਮੱਧਮਾਨ ਦਿੱਤਾ, ਅਤੇ ਬਹੁਲਕ ਪਤਾ ਕਰਨਾ, ਅਤੇ ਆਪਾਂ ਇਹਦਾ ਰਿਲੇਸ਼ਨ ਵੈਲਿਊ ਫਿਲ ਕਰਕੇ ਅਤੇ ਉਹ ਕਰ ਸਕਦੇ ਹਾਂ। ਹੁਣ ਆਪਾਂ ਕਰਨੇ ਕਿ ਕੁਐਸਚਨਸ ਫਾਈਂਡ ਆਊਟ ਕਿੱਦਾਂ ਕਰਨੇ ਜਿਹੜੇ ਆਪਾਂ ਲਿਖੇ ਆ। ਹੁਣ ਆਹ ਬੇਟੇ ਪਹਿਲਾ ਕੁਐਸਚਨ ਹੈਗਾ, ਮੰਨ ਲਓ ਆਹ ਵਾਲਾ ਦਿੱਤਾ, ਇਹਦੇ ਵਿੱਚ ਦਿੱਤਾ ਆ ਕਿ ਮੱਧਮਾਨ ਫਾਈਂਡ ਆਊਟ ਕਰਨਾ ਆਪਾਂ। ਮੱਧਮਾਨ ਮਤਲਬ ਇਹਦਾ ਮੀਨ ਫਾਈਂਡ ਆਊਟ ਕਰਨਾ। ਆਹ ਜਿਹੜਾ ਡਾਟਾ ਗਿਵਨ ਆ ਸਾਡੇ ਕੋਲ, ਕੀ ਦਿੱਤਾ, ਦਾ ਟੇਬਲ ਬਿਲੋ ਸ਼ੋਜ਼ ਦਾ ਡੇਲੀ ਐਕਸਪੈਂਡੀਚਰ ਔਨ ਫੂਡ ਆਫ 25 ਹਾਊਸ ਹੋਲਡਸ ਇਨ ਏ ਲੋਕੈਲਿਟੀ, ਫਾਈਂਡ ਦਾ ਮੀਨ ਆਫ ਦਾ ਡੇਲੀ ਐਕਸਪੈਂਡੀਚਰ ਔਨ ਫੂਡ। ਮਤਲਬ ਕਿ ਮੁਹੱਲੇ ਦੇ 25 ਪਰਿਵਾਰਾਂ ਦੇ ਭੋਜਨ ਉੱਪਰ ਹੋਏ ਰੋਜ਼ਾਨਾ ਖਰਚ ਨੂੰ ਦਰਸਾਉਂਦੀ ਆ, ਅਤੇ ਉਹਨਾਂ ਦਾ ਮੱਧਮਾਨ ਪਤਾ ਕਰਨਾ। ਇਸ ਤਰ੍ਹਾਂ ਕੁਐਸਚਨ ਦਿੱਤਾ ਹੋਏਗਾ, ਤੁਸੀਂ ਆਪਣੇ ਵੇ ਦੇ ਵਿੱਚ ਕਿਵੇਂ ਲਿਖਣਾ ਆ ਉਹ ਦੇਖੋ। ਹੁਣ ਆਪਾਂ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ, 2 ਮੈਥਡ ਹੈਗੇ ਸਾਡੇ ਕੋਲ ਫਾਈਂਡ ਆਊਟ ਕਰਨ ਦੇ। ਹੁਣ ਦੇਖੋ ਕਿਹੜਾ ਕਿਹੜਾ ਹੈਗਾ। ਪਹਿਲਾਂ ਤਾਂ ਆਪਾਂ ਇੱਥੇ ਲਿਖ ਲੈਣਾ ਇਸ ਤਰ੍ਹਾਂ ਕਿ ਕਲਾਸ ਇੰਟਰਵਲ ਕਹਿੰਦੇ ਇਹਨੂੰ, ਵਰਗ ਅੰਤਰਾਲ। ਇੱਥੇ ਲਿਖ ਲੈਣਾ ਆਪਾਂ ਕਲਾਸ ਇੰਟਰਵਲ, ਇੱਦਾਂ ਲਿਖ ਲੈਣਾ ਵਰਗ ਅੰਤਰਾਲ। ਠੀਕ ਹੈ। ਇਸ ਤੋਂ ਬਾਅਦ ਫਿਰ ਆਹ ਸਾਡਾ ਦਿੱਤਾ ਆ ਹਾਊਸ ਹੋਲਡ ਵਾਲਾ, ਆਹ ਜਿਹੜੀ ਚੀਜ਼ ਦਿੱਤੀ ਆ, ਇਹ ਵਰਗ ਅੰਤਰਾਲ ਹੁੰਦੇ ਆ ਵਾਲਾ, 100 ਤੋਂ ਲੈ ਕੇ 150 ਤੱਕ, 150 ਟੂ 200, 200 ਟੂ 250, 250 ਟੂ 300। ਇਹ ਇਹਨਾਂ ਨੂੰ ਕਹਿੰਦੇ ਕਲਾਸ ਇੰਟਰਵਲਸ। ਆਹ ਹੁੰਦੀ ਬਾਰੰਬਾਰਤਾ, ਫਰੀਕੁਐਂਸੀ ਕਹਿੰਦੇ ਇਹਨੂੰ। ਇਹਨੂੰ ਐਫ ਆਈ ਦੇ ਨਾਲ ਡਿਨੋਟ ਕਰ ਦਿੰਦੇ ਆ, ਦਰਸਾਉਂਦੇ ਆ। ਐਫ ਆਈ ਲਿਖ ਦਿਓ ਜਾਂ ਐਫ ਲਿਖ ਦਿਓ, ਇਹਨੂੰ ਕਹਿੰਦੇ ਬਾਰੰਬਾਰਤਾ। ਆਹ ਹੁਣ ਇਹਦੇ ਥੱਲੇ ਇਸੇ ਤਰ੍ਹਾਂ ਲਿਖ ਦੇਣਾ, ਕੀ ਲਿਖਿਆ ਹੈਗਾ, 100 ਟੂ 150, ਫਿਰ 150 ਟੂ
200, फिर 200 तो लैके 250 तक, फिर 250 टू 300 आ गया, फिर 300 तो लैके 350 तक, इत्थे तक साढ़े कोल दिता। फिर इत्थे इस तरह लाइन मारनी, मतलब टेबल बना देना। फिर FI दे अगे आ गया, ये की दिता 4 5, बिल्कुल ये सामने इत्थे लिख देना 4, आ 5 आ 150 तो लैके 200 तक, इत्थे 5, ये बिल्कुल इत्थे सामने लिख देना 5। 12 आ गया, ये सामने बिल्कुल लिखना 12। 2 आ गया, ये सामने 2 आ गया, फिर ये सामने अगे इत्थे 2 लिख देना। ਆਪਾਂ ਹੁਣ ਇਹ ਮੱਧਮਾਨ ਜਿਹੜਾ ਮੀਨ ਫਾਈਂਡ ਆਊਟ ਕਰਨਾ ਡਾਇਰੈਕਟ ਮੈਥਡ ਦੇ ਨਾਲ ਕਰ ਲਾਂਗੇ। ਦੇਖੋ ਡਾਇਰੈਕਟ ਮੈਥਡ, ਇੱਥੇ ਪਹਿਲਾਂ ਆਪਾਂ XI ਫਾਈਂਡ ਆਊਟ ਕਰਨਾ, ਫਿਰ FI ਨੂੰ XI ਫਾਈਂਡ ਆਊਟ ਕਰਨਾ, ਫਿਰ FI ਨੂੰ XI ਦੇ ਨਾਲ ਮਲਟੀਪਲਾਈ ਕਰ ਦੇਣਾ, ਫਿਰ ਇੱਥੇ ਆਪਾਂ ਮੀਨ ਦਾ ਫਾਰਮੂਲਾ ਲਿਖ ਦੇਣਾ। ਮੀਨ X ਬਾਰ ਇਜ਼ ਇਕੁਅਲ ਟੂ ਉਹ ਹੁੰਦਾ सिग्मा FI XI ओवर सिग्मा FI। ਹੁਣ ਇੱਥੇ ਤੁਹਾਨੂੰ ਦੱਸਦੇ ਕਿ ਇਹ ਕਿਸ ਤਰ੍ਹਾਂ ਆਇਆ ਤੇ ਕੀ ਮਤਲਬ ਇਹਦਾ। ਹੁਣ ਦੇਖੋ XI ਦਾ ਮਤਲਬ ਹੁੰਦਾ ਇਹਨਾਂ ਦੋਨਾਂ ਨੂੰ ਪਲੱਸ ਕਰ ਦੇਣਾ, ਜੋੜ ਦੇਣਾ ਤੇ 2 ਨਾਲ ਡਿਵਾਈਡ ਕਰ ਦੇਣਾ। ਇਹ ਬਣ ਗਿਆ 250, 250 ਡਿਵਾਈਡਡ ਬਾਈ 2। 100 ਦੇ ਵਿੱਚ ਆਪਾਂ 150 ਪਲੱਸ ਕਰ ਦੇਣੇ ਆ ਤੇ ਇਹ ਆ ਗਿਆ 250। 250 ਨੂੰ ਫਿਰ ਆਪਾਂ 2 ਨਾਲ ਡਿਵਾਈਡ ਕਰ ਦੇਣਾ, ਹਮੇਸ਼ਾ ਹੀ 2 ਨਾਲ ਹੀ ਡਿਵਾਈਡ ਕਰਨਾ। ਇਹ ਆ ਜਾਏਗਾ ਮੱਧ ਬਿੰਦੂ ਕਹਿੰਦੇ ਇਹਨੂੰ, ਮਿਡ ਪੁਆਇੰਟ ਕਹਿੰਦੇ ਇਹਨੂੰ। ਇਹਨਾਂ ਦੋਨਾਂ ਦਾ ਮਿਡਲ ਬਿੰਦੂ, ਮਿਡਲ ਪੁਆਇੰਟ ਕਿਹੜਾ ਹੈਗਾ, ਦੋਨਾਂ ਨੂੰ ਐਡ ਕਰਕੇ 2 ਨਾਲ ਡਿਵਾਈਡ ਕਰਤਾ, ਆ ਗਿਆ 125। ਬਿਲਕੁਲ ਇਹਦੇ ਸਾਹਮਣੇ ਕਰਕੇ ਇੱਥੇ ਲਿਖ ਦੇਣਾ 125। ਇਹਨੂੰ ਮਿਡ ਪੁਆਇੰਟ ਕਹਿੰਦੇ ਆ, ਮਿਡ ਪੁਆਇੰਟ ਜਾਂ ਮੱਧ ਬਿੰਦੂ। ਠੀਕ ਹੈ, ਹੁਣ ਇਹਨਾਂ ਦੋਨਾਂ ਨੂੰ ਐਡ ਕਰੋ ਤੇ 2 ਨਾਲ ਡਿਵਾਈਡ ਕਰ ਦਿਓ। 150 ਤੇ 200 ਇਹਨਾਂ ਨੂੰ ਐਡ ਕਰਕੇ ਆ ਗਿਆ ਸਾਡੇ ਕੋਲ 350। ਹੁਣ 350 ਦਾ ਹਾਫ ਇਜ਼ 175 ਆ ਗਿਆ, ਇੱਥੇ 175 ਲਿਖ ਦੇਣਾ। ਅਗਲੇ ਕਰਨ ਦੀ ਲੋੜ ਨਹੀਂ ਪੈਣੀ। ਇਹਨਾਂ ਦੋਨਾਂ ਦਾ ਦੇਖੋ ਡਿਫਰੈਂਸ ਕਿੰਨਾ, 50 ਦਾ। ਇਹਦੇ ਵਿੱਚੋਂ ਆਹ ਮਾਈਨਸ ਕਰ ਦਈਏ ਤੇ 50 ਦਾ ਡਿਫਰੈਂਸ ਆ ਗਿਆ। ਹੁਣ 50 ਜੇ ਇਹਦੇ ਵਿੱਚ ਐਡ ਕਰ ਦਈਏ ਤੇ ਉਹ ਆ ਜਾਏਗਾ 175 ਦੇ ਵਿੱਚ 50 ਐਡ ਕਰ ਦਈਏ ਤੇ ਸਾਡੇ ਕੋਲ ਆ ਗਿਆ 225। ਉਹ ਨੈਚੁਰਲੀ ਇਹਦਾ ਮਿਡਲ ਪੁਆਇੰਟ ਹੀ ਆ ਜਾਏਗਾ। ਇੱਥੇ ਲਿਖ ਦਾਂਗੇ 225। ਇਹਦੇ ਵਿੱਚ ਫਿਰ 50 ਐਡ ਕਰੋ 275, ਇਹਦੇ ਵਿੱਚ ਫਿਰ 50 ਐਡ ਕਰੋ 325, ਆ 325 ਆ ਗਿਆ। ਹੁਣ ਆਪਾਂ ਕੀ ਕਰਨਾ ਹੈਗਾ, ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਨਾ। ਆ ਦੇਖੋ FI ਨੂੰ XI ਦੇ ਨਾਲ, ਇਹਨੂੰ ਇਹਦੇ ਨਾਲ ਮਲਟੀਪਲਾਈ ਕਰ ਦਿਓ। 4 5 ਦਾ 20 ਆ ਗਿਆ। 125 ਨੂੰ ਆਪਾਂ ਮਲਟੀਪਲਾਈ ਕਰਨਾ, 125 ਮਲਟੀਪਲਾਈ ਬਾਈ 4। 4 5 ਦਾ ਆ ਗਿਆ 20, 4 2 ਦਾ 8 + 2 10, 4 1 ਦਾ 4 + 1 5 ਤੇ ਕਿੰਨਾ ਆ ਗਿਆ 500। ਬਿਲਕੁਲ ਇਹਦੇ ਸਾਹਮਣੇ ਲਿਖਣਾ 500। ਇਸੇ ਤਰ੍ਹਾਂ 5 ਨਾਲ ਵੀ ਇਹਨੂੰ ਮਲਟੀਪਲਾਈ ਕਰ ਦੇਣਾ। 5 × 5 25 ਹੋ ਗਿਆ, 2 ਕੈਰੀ ਕਰ ਲਿਆ। 5 7 ਦਾ 35, 35 + 2 37 ਆ ਗਿਆ। 3 5 1 ਦਾ 5 + 3 8 ਆ ਗਿਆ। ਹੁਣ 12 5 ਦਾ 60 ਆ ਗਿਆ ਤੇ 12 2 ਦਾ ਕਿੰਨਾ ਹੋ ਗਿਆ 24, 24 + 6 ਕਿੰਨਾ ਆ ਗਿਆ 33 ਆ ਗਿਆ। 12 2 ਦਾ 24 + 3 27 ਆ ਗਿਆ, ਇੱਥੇ 2700 ਆ ਗਿਆ। ਇਹਨੂੰ 2 ਨਾਲ ਮਲਟੀਪਲਾਈ ਕਰ ਦਿਓ, ਕਿੰਨਾ ਆ ਗਿਆ, ਦਿਸ ਇਜ਼ ਇਕੁਅਲ ਟੂ 2 5 ਦਾ 10 ਤੇ 2 7 ਦਾ 14 15 ਆ ਗਿਆ। 2 2 ਦਾ 4 + 1 5 550 ਆ ਗਿਆ। ਇਹਨੂੰ 2 ਨਾਲ ਮਲਟੀਪਲਾਈ ਕਰੋ 650 ਆ ਗਿਆ। ਹੁਣ ਇਹਨਾਂ ਨੂੰ ਐਡ ਕਰ ਦੇਣਾ। ਜਦੋਂ ਇਹਨਾਂ ਨੂੰ ਐਡ ਕਰਾਂਗੇ ਉਹਨੂੰ ਕਹਿੰਦੇ ਸਿਗਮਾ FI XI। FI XI ਦਾ ਜੋੜ, ਸਮ। ਸਿਗਮਾ ਦਾ ਮਤਲਬ ਹੁੰਦਾ ਸਮ। ਇਹਨਾਂ ਨੂੰ ਐਡ ਕਰ ਦੇਣਾ। ਹੁਣ ਐਡ ਕਰਕੇ ਦੇਖੀਏ ਆਪਾਂ ਕਿੰਨਾ ਆਇਆ, ਇੱਥੇ ਆ ਗਿਆ 5, ਇਹ 5 ਆ ਗਿਆ। 7 + 5 12
12 + 5 17 हो गया। फिर 1 1 + 5 6 6 + 8 14 14 + 7 14 + 7 is 21 21 + 5 is 26 26 + 6 is 32 आ गया। 3 3 + 2 is 5। ਸਾਡੇ ਕੋਲ ਆਨਸਰ ਆ ਗਿਆ 5275 ਇਹਨਾਂ ਦਾ ਸਮ। ਹੁਣ ਇੱਥੇ ਇਹਦਾ ਵੀ ਸਮ ਚਾਹੀਦਾ ਸਾਡੇ ਕੋਲ, ਕਿਉਂਕਿ ਇੱਥੇ ਲਿਖਿਆ ਸਿਗਮਾ FI। ਹੁਣ ਇਹਨਾਂ ਨੂੰ ਪਲੱਸ ਕਰ ਦਿਓ 4 + 5 9 21 21 + 4 25 ਇਹਦਾ ਸਮ ਆ ਗਿਆ 25। ਹੁਣ ਬਸ ਕੀ ਕਰਨਾ ਕਿ ਇਹਨਾਂ ਦੀ ਵੈਲਿਊ ਇੱਥੇ ਭਰ ਦੇਣੀ ਆ। ਉਹ ਸਾਡੇ ਕੋਲ ਆ ਗਿਆ ਮੀਨ ਕਿੰਨਾ 5275 ਓਵਰ ਕਿੰਨਾ ਆ ਗਿਆ 25। ਜੇ ਤੁਹਾਨੂੰ ਇੱਦਾਂ ਸਿਰਫ ਜੇ ਕਟਿੰਗ ਕਰਨੀ ਆਉਂਦੀ ਠੀਕ ਆ, ਜੇ ਨਹੀਂ ਆਉਂਦੀ ਤਾਂ ਡਿਵਾਈਡ ਕਰ ਦਿਓ, ਬੇਸ਼ੱਕ ਡਿਵਾਈਡ ਕਰ ਦਿਓ। ਕਿਵੇਂ ਡਿਵਾਈਡ ਕਿਵੇਂ ਕਰਨਾ ਦੇਖੋ 5275 ਡਿਵਾਈਡਡ ਬਾਈ 25 ਦੇ ਨਾਲ ਡਿਵਾਈਡ ਕਰ ਦਿਓ। 25 2 ਦਾ 50 ਆ ਗਿਆ, ਇੱਥੇ 27 ਆ ਗਿਆ। 25 1 ਦਾ 25 ਆ ਗਿਆ। ਫਿਰ ਆ ਗਿਆ ਇੱਥੇ 2 ਆ ਗਿਆ, ਇੱਥੇ 1 ਆ ਗਿਆ 25 ਆ ਗਿਆ, ਅਤੇ 25 1 ਦਾ 25। ਸੋ ਜੇ 5 ਨਾਲ ਕਟਿੰਗ ਕਰਨੀ ਆਉਂਦੀ ਤਾਂ ਕਟਿੰਗ ਕਰਕੇ ਕਰ ਲਓ। ਜੇ ਨਹੀਂ ਕਟਿੰਗ ਹੁੰਦੀ ਤੁਹਾਡੇ ਕੋਲੋਂ ਤਾਂ ਤੁਸੀਂ ਸਿੱਧਾ ਡਾਇਰੈਕਟਲੀ ਨਿਊਮੀਰੇਟਰ ਨੂੰ ਡਿਨੋਮੀਨੇਟਰ ਦੇ ਨਾਲ ਡਿਵਾਈਡ ਕਰ ਦਿਓ ਅਤੇ ਉਹ ਤੁਹਾਡਾ ਡਾਇਰੈਕਟ ਆਨਸਰ ਆ ਜਾਏਗਾ = 211। ਅਤੇ ਸਾਡੇ ਕੋਲ ਫਿਰ ਮੀਨ ਆ ਗਿਆ 211। ਇਹ ਬੇਟੇ ਪਹਿਲਾ ਕੁਐਸਚਨ ਸੀਗਾ ਮੱਧਮਾਨ ਮੀਨ ਕਿਸ ਤਰ੍ਹਾਂ ਫਾਈਂਡ ਆਊਟ ਕਰਨਾ ਜਦੋਂ ਸਾਡੇ ਕੋਲ ਡਾਟਾ ਗਿਵਨ ਹੋਵੇ। ਅਗਲਾ ਕੁਐਸਚਨ ਦੇਖੋ ਬੇਟੇ, ਇਹਦੇ ਵਿੱਚ ਵੀ ਮੀਨ ਫਾਈਂਡ ਆਊਟ ਕਰਨਾ ਆ ਸਾਡੇ ਕੋਲ ਡਾਟਾ ਗਿਵਨ ਆ, ਉਹ ਵੀ ਉਸੇ ਤਰ੍ਹਾਂ ਹੀ ਆ। ਕਲਾਸ ਇੰਟਰਵਲ ਗਿਵਨ ਆ, ਫਰੀਕੁਐਂਸੀ ਬਾਰੰਬਾਰਤਾ ਦਿੱਤੀ, ਮੀਨ ਫਾਈਂਡ ਆਊਟ ਕਰਨਾ ਆਪਾਂ। ਹੁਣ ਇਹਨੂੰ ਵੀ ਆਪਾਂ ਉਸੇ ਵੇ ਦੇ ਵਿੱਚ ਲਿਖ ਲੈਣਾ, ਇਸ ਤਰ੍ਹਾਂ ਕਰਕੇ ਲਿਖ ਲੈਣਾ। ਕਲਾਸ ਇੰਟਰਵਲ ਪਹਿਲਾਂ ਦੇਖੋ ਕਹਿੰਦੇ ਕਲਾਸ ਇੰਟਰਵਲ ਦਿੱਤੇ ਆ, ਵਰਗ ਅੰਤਰਾਲ ਕਹਿੰਦੇ 45 to 55। ਇੱਥੇ ਜਿੱਦਾਂ ਲਿਖਿਆ ਸੀਗਾ ਉਹ 3 ਆ, ਇੱਥੇ 3 ਲਿਖ ਦਿੱਤਾ। ਫਰੀਕੁਐਂਸੀ ਇਸੇ ਤਰ੍ਹਾਂ ਆ ਸਾਰਾ ਟੇਬਲ, ਆ ਸਾਡੇ ਕੋਲ ਟੇਬਲ ਗਿਵਨ ਹੈ। ਹੁਣ XI ਫਾਈਂਡ ਆਊਟ ਕਰਨਾ। XI ਸਾਨੂੰ ਪਤਾ ਕਿਸ ਤਰ੍ਹਾਂ ਫਾਈਂਡ ਆਊਟ ਕਰਦੇ, ਦੋਨਾਂ ਨੂੰ ਐਡ ਕਰ ਦੇਣਾ, 2 ਨਾਲ ਡਿਵਾਈਡ ਕਰ ਦੇਣਾ। 45 + 55 ਕਿੰਨਾ ਬਣ ਗਿਆ 100। 100 ਦਾ ਹਾਫ 2 ਆ ਗਿਆ ਸਾਡੇ ਕੋਲ 45, ਅਤੇ 5 ਇੱਧਰ ਐਡ ਕਰ ਦਈਏ 50, ਆ ਵੀ 50 ਬਣ ਗਿਆ 100। 100/2 ਕਿੰਨਾ ਬਣ ਗਿਆ 100/2 ਬਣ ਗਿਆ 50। ਇਹਦੇ ਬਿਲਕੁਲ ਇੱਥੇ ਸਾਹਮਣੇ ਇਹਨੂੰ ਮਿਡ ਪੁਆਇੰਟ ਕਹਿੰਦੇ, ਪਹਿਲਾਂ ਵੀ ਦੱਸਿਆ ਤੁਹਾਨੂੰ। ਇਹ ਹੋ ਗਿਆ ਸਾਡੇ ਕੋਲ ਮਿਡ ਪੁਆਇੰਟ। ਮਿਡ ਪੁਆਇੰਟ ਕਿਸ ਤਰ੍ਹਾਂ ਲਿਖਦੇ ਆ, ਦੋਨਾਂ ਨੂੰ ਐਡ ਕਰਕੇ 2 ਨਾਲ ਡਿਵਾਈਡ ਕਰ ਦੇਣਾ। ਇੱਥੇ ਲਿਖਦੇ ਨੇ ਕਿੱਦਾਂ ਆਇਆ 45 + 55 ਡਿਵਾਈਡਡ ਬਾਈ 2 = ਆ ਜਾਏਗਾ 100/2। ਇਹ ਆ ਗਿਆ ਸਾਡੇ ਕੋਲ, ਬਿਲਕੁਲ ਇਹਦੇ ਸਾਹਮਣੇ ਲਿਖ ਦੇਣਾ 50 ਆ ਗਿਆ ਸਾਡੇ ਕੋਲ। ਇਹ ਵਰਤਣਾ ਹੁਣ ਆਪਾਂ। ਇਸੇ ਤਰ੍ਹਾਂ ਹੀ ਇਹਨਾਂ ਨੂੰ ਐਡ ਕਰਕੇ ਆ 60, ਆ ਵੀ 60 120/2 60 ਆ ਗਿਆ। ਹੁਣ ਇਹਦਾ ਮਤਲਬ ਇਹਨਾਂ ਦੋਨਾਂ ਦਾ ਡਿਫਰੈਂਸ ਕਿੰਨਾ 10 ਦਾ 50 ਅਤੇ 60 ਦਾ ਡਿਫਰੈਂਸ ਮਾਈਨਸ ਕਰਕੇ 60 ਚੋਂ 50 ਘਟਾਤੇ 10 10 ਐਡ ਕਰਦੇ ਜਾਓ, ਉਹਦੇ ਸਾਹਮਣੇ ਅੱਗੇ ਲਿਖਦੇ ਜਾਓ। ਇਹ ਸਾਰਿਆਂ 'ਚ ਸੇਮ ਹੀ ਆਉਂਦਾ। ਹੁਣ 60 ਅਤੇ 10 ਕਿੰਨੇ ਹੋ ਗਏ 70। ਇਹਦਾ ਮਤਲਬ ਮਿਡ ਪੁਆਇੰਟ ਇਹਦਾ ਜਿਹੜਾ ਹੋਏਗਾ ਉਹ 70 ਹੋਏਗਾ। ਫਿਰ ਅਗਲੇ ਦਾ 80, ਫਿਰ ਕਿੰਨਾ ਆ ਜਾਏਗਾ 90। ਆ ਗਿਆ। ਹੁਣ ਆਪਾਂ ਇੱਥੇ DI ਫਾਈਂਡ ਆਊਟ ਕਰਨਾ। DI ਕਿਸ ਤਰ੍ਹਾਂ ਫਾਈਂਡ ਆਊਟ ਕਰਨਾ, ਇਹ ਹੈਗਾ ਅਜ਼ਿਊਮ ਕਰਨਾ, A ਨੂੰ ਅਜ਼ਿਊਮ ਕਰਨਾ। ਮੰਨ ਲਓ ਇੱਥੇ ਲਿਖ ਦੇਣਾ ਲੈਟ A = A ਦੀ ਵੈਲਿਊ ਜਿਹੜੀ ਲੈਣੀ ਆ ਉਹ XI ਦੇ ਵਿੱਚੋਂ ਕੋਈ ਵੀ ਲੈ ਲੈਣੀ। ਜ਼ਿਆਦਾਤਰ ਤੁਸੀਂ ਕੀ ਕਰਨਾ 2 ਇੱਧਰ ਛੱਡ ਦਿਓ, 2 ਇੱਧਰ ਛੱਡੋ, ਵਿਚਕਾਰ ਲਈ ਲੈ ਲੈਣੀ। ਜੇ ਤੁਸੀਂ 60 ਵੀ ਜਾਂ 80 ਵੀ ਲੈ ਲਓਗੇ ਤਾਂ ਵੀ ਕੋਈ ਗੱਲ ਨਹੀਂ, ਆਨਸਰ ਗਲਤ ਨਹੀਂ ਹੋਏਗਾ, ਤਾਂ ਵੀ ਆਨਸਰ ਠੀਕ ਆਏਗਾ। ਲੇਕਿਨ ਕੋਸ਼ਿਸ਼ ਕਰਨੀ ਹੈ ਕਿ ਮਿਡਲ ਵਾਲੀ ਟਰਮ, ਜੇ 2 ਮਿਡਲ 'ਚ ਬਚੇ ਜਾਂ ਦੋਵਾਂ 'ਚ ਜਿਹੜੀ ਮਰਜ਼ੀ ਲੈ ਲਓ। ਲੈਟ A = ਆਪਾਂ ਲੈ ਲਿਆ ਇੱਥੇ 70 ਲੈ ਲਿਆ। ਹੁਣ ਇੱਥੇ ਲਿਖਿਆ XI - A, ਆ XI ਆ, ਉਹਦੇ ਵਿੱਚੋਂ A ਮਾਈਨਸ ਕਰ ਦੇਣਾ। XI ਮਤਲਬ 50 - 70, 50 - 70 ਕਿੰਨੇ ਬਣ ਗਏ 50 - 70, ਇਹ ਆ ਗਿਆ -20। ਇੱਥੇ ਫਿਰ ਆਪਾਂ -20 ਬਿਲਕੁਲ ਇਹਦੇ ਸਾਹਮਣੇ ਇੱਥੇ ਲਿਖ ਦੇਣਾ -20। ਇਸੇ ਤਰ੍ਹਾਂ ਹੀ 60 - 70 -10 ਆ ਗਿਆ। 70 - 70 0 ਆ ਗਿਆ। 80 - 70 10 ਆ ਗਿਆ। 90 - 70 ਇੱਥੇ 20 ਆ ਗਿਆ।
ਹੁਣ ਇੱਥੇ ਆਪਾਂ ਐਫ ਆਈ ਨੂੰ ਡੀ ਆਈ ਦੇ ਨਾਲ ਮਲਟੀਪਲਾਈ ਕਰਨਾ, ਐਫ ਆਈ ਨੂੰ ਡੀ ਆਈ ਦੇ ਨਾਲ, ਇਹਨੂੰ ਇਹਦੇ ਨਾਲ 3 ਇੰਟੂ -20 ਇਜ਼ -60 ਆ ਗਿਆ, 10 ਇੰਟੂ -10 ਇਜ਼ -100 ਆ ਗਿਆ, ਇਹਨੂੰ 0 ਨਾਲ ਮਲਟੀਪਲਾਈ ਕੀਤਾ 0 ਆ ਗਿਆ, 8 ਇੰਟੂ 10 ਇਜ਼ 80 ਆ ਗਿਆ, 3 ਇੰਟੂ 20 ਇਜ਼ 60 ਆ ਗਿਆ। ਹੁਣ ਆਪਾਂ ਕੋਲ ਫਾਰਮੂਲਾ ਕੀ ਹੈਗਾ, a ਪਲੱਸ ਸਿਗਮਾ, ਇੱਥੇ ਲਿਖ ਦੇਣਾ ਫਾਰਮੂਲਾ, ਲਿਖ ਦੇਣਾ ਨਾਲ ਹੀ a ਇਜ਼ ਇਕੁਅਲ ਟੂ ਸਾਡੇ ਕੋਲ 70 ਲਿਆ ਆ, ਇੱਥੇ ਪਹਿਲਾਂ ਫਾਰਮੂਲਾ ਲਿਖ ਦੇਣਾ ਮੀਨ x bar is equal to a plus sigma fi di over sigma fi। ਇਹ ਕੈਲਕੂਲੇਸ਼ਨ ਆਪਾਂ ਇੱਥੇ ਕਰ ਦੇਣੀ। ਹੁਣ ਦੇਖੋ ਸਿਗਮਾ ਐਫ ਆਈ ਡੀ ਆਈ ਨੂੰ ਕਰ ਦੇਣਾ, ਐਡ ਕਰ ਦੇਣਾ, ਆ ਮਾਈਨਸ ਵਾਲੇ ਵੱਖਰੇ ਐਡ ਕਰ ਲੈਣੇ, ਪਲੱਸ ਵਾਲੇ ਵੱਖਰੇ ਐਡ ਕਰ ਲੈਣੇ, ਇਹਨਾਂ ਨੂੰ ਕਰੀਏ ਮਾਈਨਸ ਵਾਲਾ, ਇਹ ਆ ਗਿਆ ਸਾਡੇ ਕੋਲ -160, ਮਾਈਨਸ ਦੇ ਆ ਗਏ, 80 + 60 140, ਇਹ ਪਲੱਸ ਦੇ ਆ ਗਏ, ਕਿਉਂਕਿ ਅਪੋਜ਼ਿਟ ਸਾਈਨ ਆ, ਸਬਟਰੈਕਟ ਕਰ ਦੇਣਾ, ਮਾਈਨਸ ਕਰ ਦੇਣੇ, ਮਾਈਨਸ ਦੇ ਵੱਡੇ ਆ, ਆਨਸਰ ਆ ਗਿਆ -20। ਸੋ ਇਹਨਾਂ ਦਾ ਆਨਸਰ ਆ ਗਿਆ -20 ਆ ਗਿਆ ਸਾਡੇ ਕੋਲ। ਸਿਗਮਾ ਐਫ ਆਈ ਇਹਨਾਂ ਸਾਰਿਆਂ ਨੂੰ ਐਡ ਕਰ ਦੇਣਾ, 3 + 10 13 ਇੱਥੇ 3 13 14 + 10 ਕਿੰਨੇ ਹੋ ਗਏ 24 + 8 ਕਿੰਨੇ ਆ ਗਏ 32 + 3 ਕਿੰਨੇ ਹੋ ਗਏ 35। ਇਹਦੇ ਵਿੱਚ ਵੈਲਿਊ ਭਰ ਦੇਣੀ। ਹੁਣ ਆਪਾਂ a ਦੀ ਜਗ੍ਹਾ ਤੇ ਕੀ ਲਿਖ ਦੇਣਾ 70 ਪਲੱਸ ਸਿਗਮਾ ਐਫ ਆਈ ਡੀ ਆਈ ਕਿੰਨਾ ਹੈਗਾ -20 ਓਵਰ ਸਿਗਮਾ ਐਫ ਆਈ ਕਿੰਨਾ ਹੈਗਾ 35, ਇਹਦਾ 35 ਲਿਖ ਦਿੱਤਾ। ਇਹਦੀ ਕੈਲਕੂਲੇਸ਼ਨ ਕਰ ਦੇਣੀ। ਹੁਣ ਆਪਾਂ ਇਹਦੀ ਕੈਲਕੂਲੇਸ਼ਨ ਦੇਖੋ ਕਿੱਦਾਂ ਕਰਨੀ, ਇਜ਼ ਇਕੁਅਲ ਟੂ ਕੀ ਲਿਖ ਦਾਂਗੇ, ਇਹ ਆ ਜਾਏਗਾ 70 ਪਲੱਸ ਮਾਈਨਸ ਹੋ ਗਿਆ, ਜੇ ਕੱਟੇ ਜਾਂਦੇ ਕੱਟ ਦੇਣੇ 5 4 ਦਾ ਤੇ 5 7 ਦਾ, ਇਹ -4 ਓਵਰ 7 ਆ ਗਿਆ। ਹੁਣ ਇੱਥੇ ਐਲਸੀਅਮ ਲੈ ਕੇ ਕਰਨਾ, ਐਲਸੀਅਮ ਲੈ ਕੇ ਕਰ ਲਓ, ਨਹੀਂ ਤਾਂ 4 ਨੂੰ 7 ਨਾਲ ਡਿਵਾਈਡ ਕਰ ਦਿਓ, ਇੱਥੇ 4 ਨੂੰ 7 ਨਾਲ ਡਿਵਾਈਡ ਕਰ ਦਿਓ, ਡੈਸੀਮਲ ਲੱਗ ਗਿਆ 0 ਆ ਗਿਆ, 7 5 ਦਾ 35 ਆ ਗਿਆ, 50 ਆ ਗਿਆ, 7 7 ਦਾ 0.57 ਇੱਥੇ ਲਿਖ ਦਿਓ, 70 - 0.57। ਹੁਣ 70 ਦਾ ਮਤਲਬ ਆ 70.00 ਇੱਦਾਂ ਮਾਈਨਸ ਕਰਨਾ, ਪੁਆਇੰਟ ਦੇ ਥੱਲੇ 0.57, ਇੱਧਰ 0 ਹੈਗਾ, ਇਹ ਆ ਗਿਆ 10 - 7 3 9 - 5 4, ਇੱਥੇ 9 ਤੇ ਇੱਥੇ 69.43, ਇਹ ਤੁਹਾਡਾ ਮੀਨ ਆ ਗਿਆ ਇਸ ਕੁਐਸਚਨ ਦਾ। ਹੁਣ ਨੈਕਸਟ ਕੁਐਸਚਨ ਆ ਗਿਆ ਬੇਟੇ, ਤੀਸਰਾ ਕੁਐਸਚਨ ਲੈ ਲਈਏ ਆਪਾਂ। ਆਹ ਇਹਦੇ ਵਿੱਚ ਥੋੜ੍ਹਾ ਜਿਹਾ ਫਰਕ ਹੈਗਾ ਆ। ਕੀ ਕੁਐਸਚਨ ਹੈ ਕਿ ਇਹਦੇ ਵਿੱਚ ਮੀਨ ਗਿਵਨ ਹੈ, ਇਫ ਦ ਐਵਰੇਜ ਪੋਕਟ ਮਨੀ ਇਜ਼ ਰੁਪੀਜ਼, ਐਵਰੇਜ ਨੂੰ ਮੀਨ ਕਹਿੰਦੇ ਆ। ਆ ਹੈਗਾ ਰੋਜ਼ਾਨਾ ਦਾ ਜੇਬ ਖਰਚਾ, ਡੇਲੀ ਪੋਕਟ ਮਨੀ, ਤੇ ਬੱਚਿਆਂ ਦੀ ਸੰਖਿਆ ਕਿੰਨੀ ਗਈ ਹੈ 7, ਨੰਬਰ ਆਫ ਚਿਲਡਰਨ ਜਿਹੜੇ। ਕੀ ਮਤਲਬ ਹੈ ਕਿ ਜਿਹੜਾ 11 ਤੋਂ 13 ਜਿਹੜੇ ਹੈਗੇ ਆ, ਸਟੇਟਮੈਂਟ 'ਚ ਦੇਖ ਲਓ ਕੀ ਦੇਖਾ, ਮੁਹੱਲੇ ਦੇ ਬੱਚਿਆਂ ਦਾ ਰੋਜ਼ਾਨਾ ਦਾ ਜੇਬ ਖਰਚ, ਜਿਹੜੇ ਸੁਸਾਇਟੀ ਹੈ ਇੱਕ ਗਿਵਨ ਹੈ ਕਿ ਫ੍ਰੀਕੁਐਂਸੀ ਡਿਸਟ੍ਰੀਬਿਊਸ਼ਨ ਟੇਬਲ ਆਫ ਦਾ ਡੇਲੀ ਪੋਕਟ ਮਨੀ ਆਫ ਦਾ ਚਿਲਡਰਨ ਆਫ ਏ ਕਲੋਨੀ, ਡੇਲੀ ਪੋਕਟ ਮਨੀ ਉਹਦੀ ਦਿੱਤੀ ਆ 11 ਤੋਂ 13 ਵਾਲਿਆਂ ਦੀ, ਉਹ 11 ਤੋਂ 13 ਜਿਹੜਾ ਰੁਪਈਏ ਖਰਚਦੇ ਆ ਉਹ 7 ਬੱਚੇ ਨੇ, 13 ਤੋਂ 15 ਰੁਪਈਏ ਖਰਚਦੇ ਉਹ 6 ਬੱਚੇ ਨੇ, 15 ਤੋਂ 17 ਤੇ ਉਹ 9 ਨੇ, ਇਸ ਤਰ੍ਹਾਂ ਸਾਰਾ ਦਿੱਤਾ। ਹੁਣ ਉਹਦੇ ਵਿੱਚ ਲਿਖਿਆ ਉਹਨਾਂ ਨੇ ਕਿ ਤੁਸੀਂ ਐਫ ਦੀ ਵੈਲਿਊ ਪਤਾ ਕਰੋ, ਬੱਚਿਆਂ ਦੀ ਸੰਖਿਆ ਪਤਾ ਕਰੋ ਜਿਹੜੇ 19 ਤੋਂ 21 ਰੁਪਈਏ ਖਰਚਦੇ ਆ। ਹੁਣ ਉਹਦਾ ਆਪਾਂ ਐਫ ਦੀ ਵੈਲਿਊ ਆਪਾਂ ਪਤਾ ਕਰਨੀ ਹੈ ਕਿ ਕਿੰਨੀ ਹੋਏਗੀ। ਇਹ ਵੀ ਮੈਥਡ ਸੇਮ ਹੈ, ਫਾਰਮੂਲਾ ਵੀ ਸੇਮ ਹੈ। ਕਿਵੇਂ ਕਰਨਾ ਉਹ ਦੇਖੋ, ਕਲਾਸ ਇੰਟਰਵਲ ਸਾਡੇ ਕੋਲ ਦਿੱਤਾ, ਆ ਵਰਗ ਅੰਤਰਾਲ ਦਿੱਤੇ ਆ ਬਾਰੰਬਾਰਤਾ ਦਿੱਤਾ। ਇਹ ਕੁਐਸਚਨ ਬੜਾ ਇੰਪੋਰਟੈਂਟ ਹੈ, ਇਹ ਪੇਪਰ 'ਚ ਜ਼ਰੂਰ ਇਸ ਤਰ੍ਹਾਂ ਦਾ ਆ ਜਾਂਦਾ। ਇਹ ਐਕਸ ਆਈ ਦਿੱਤਾ, ਇੱਥੇ ਐਫ ਆਈ ਐਕਸ ਆਈ ਮਿਡ ਪੁਆਇੰਟ ਤੁਹਾਨੂੰ ਦੱਸਿਆ ਵੀ ਦੋਨਾਂ ਨੂੰ ਐਡ ਕਰ ਦੇਣਾ, 2 ਨਾਲ ਡਿਵਾਈਡ ਕਰ ਦੇਣਾ। 11 ਤੇ 13 ਕਿੰਨੇ ਹੋ ਗਏ 24, 24 ਨੂੰ 2 ਦੀ ਤਕਸੀਮ ਕਰੋ ਕਿੰਨਾ ਆ ਗਿਆ 12। ਇਹਦੇ ਬਿਲਕੁਲ ਇੱਥੇ ਸਾਹਮਣੇ ਲਿਖ ਦੇਣਾ 12, ਇਹਨਾਂ ਨੂੰ ਐਡ ਕੀਤਾ 28/2 14, ਦੋਨਾਂ ਦਾ ਫਰਕ ਕਿੰਨਾ 2 ਦਾ
12 ਤੇ 2 14, 14 ਤੇ 2 16 ਉਹ ਇਹਦੇ ਸਾਹਮਣੇ ਲਿਖ ਦੇਣਾ, 16 ਤੇ 2 18 ਉਹ ਇਹਦੇ ਸਾਹਮਣੇ ਲਿਖ ਦੇਣਾ, 18 ਤੇ 2 20 ਇਹਦੇ ਸਾਹਮਣੇ ਲਿਖ ਦੇਣਾ, 20 ਤੇ 2 22 ਇਹਦੇ ਸਾਹਮਣੇ ਲਿਖ ਦਿਓ, 22 ਤੇ 2 24 ਇਹਦੇ ਸਾਹਮਣੇ ਲਿਖ ਦਿਓ। ਹੁਣ ਆਪਾਂ FI ਨੂੰ XI ਦੇ ਨਾਲ ਮਲਟੀਪਲਾਈ ਕਰ ਦੇਣਾ, 12 7 84, 12 7 ਦਾ 84 ਆ ਗਿਆ, ਬਿਲਕੁਲ ਇਹਦੇ ਸਾਹਮਣੇ ਲਿਖ ਦੇਣਾ, 14 6 ਦਾ 84 ਆ ਗਿਆ, 14 6 84, 16 9 144 ਆ ਗਿਆ। ਇਹਦੇ ਬਿਲਕੁਲ ਇਹਨੂੰ ਇਹਦੇ ਨਾਲ ਗੁਣਾ ਕਰਕੇ ਮਲਟੀਪਲਾਈ ਕਰਕੇ ਬਿਲਕੁਲ ਇਹਦੇ ਸਾਹਮਣੇ ਇੱਥੇ ਕਰਕੇ ਲਿਖਣਾ, 144 ਆ ਗਿਆ। ਹੁਣ ਇਹਦੇ ਨਾਲ ਮਲਟੀਪਲਾਈ 13 8 104 ਆ ਗਿਆ, 10 ਤੇ 13 13 10 23 ਆ ਗਿਆ, 234 ਆ ਗਿਆ। 20 ਨੂੰ F ਨਾਲ ਗੁਣਾ ਕਰ ਦਿਓ, 20 F ਆ ਗਿਆ ਇੱਥੇ, 22 5 110 ਹੋ ਗਿਆ, 110 ਕਰ ਦੇਣਾ, 24 ਚੌਕ 96 ਉਹ ਬਿਲਕੁਲ ਇਹਦੇ ਸਾਹਮਣੇ ਲਿਖ ਦੇਣਾ। ਹੁਣ ਇਹਨਾਂ ਨੂੰ ਐਡ ਕਿਵੇਂ ਕਰਨਾ ਹੈਗਾ, ਆ F ਵਾਲੇ ਨੂੰ ਛੱਡ ਕੇ ਬਾਕੀ ਸਾਰੇ ਐਡ ਕਰ ਦੇਣੇ। ਦੇਖੋ ਜਿਹੜਾ ਸਭ ਤੋਂ ਵੱਡੀਆਂ ਰਕਮਾਂ ਜਿੱਦਾਂ 3 ਡਿਜਿਟਸ ਵਾਲੀਆਂ ਹੈਗੀਆਂ ਇਹਨਾਂ ਨੂੰ ਪਹਿਲਾਂ ਲਿਖ ਦਿਓ ਵੱਡੀ ਰਕਮ, ਜੇ 4 ਡਿਜਿਟ ਵਾਲੀ ਉਹ ਸਭ ਤੋਂ ਉੱਪਰ ਲਿਖ ਦਿਓ, 3 ਵਾਲੀ ਫਿਰ 144 ਬਿਲਕੁਲ ਇਹਦੇ ਥੱਲੇ ਥੱਲੇ ਲਿਖੋਗੇ, ਗਲਤੀ ਨਹੀਂ ਹੋਏਗੀ ਐਡ ਕਰਨ ਲੱਗੇ। 110 ਆ ਗਿਆ, ਆ ਤਿੰਨੇ ਲੈ ਲੀਆਂ ਰਕਮਾਂ ਵਾਲੀਆਂ, 84 84 ਦੋ ਵਾਰੀ ਲਿਖ ਦਿਓ, 84 ਤੇ 84 ਆ ਗਿਆ, ਆ ਫਿਰ ਆ ਗਿਆ ਸਾਡੇ ਕੋਲ 96 ਆ ਗਿਆ। ਇਹਨਾਂ ਨੂੰ ਹੁਣ ਆਪਾਂ ਐਡ ਕਰ ਦੇਣਾ, 4 ਤੇ 4 8 4 12 4 16 16 ਤੇ 6 22 ਆ ਗਿਆ, 2 2 ਤੇ 3 5 5 ਤੇ 5 10 ਤੇ 8 18 18 ਤੇ 8 18 ਤੇ 8 26 26 ਤੇ 9 ਕਿੰਨੇ ਹੋ ਗਏ 35, 3 ਆਂਸਰ ਆ ਗਿਆ, 3 ਤੇ 2 5 5 ਤੇ 2 7 752 ਆ ਗਿਆ। ਇਹਦੇ ਥੱਲੇ ਲਿਖ ਦੇਣਾ 752 ਪਲੱਸ 20F ਇਹਦੇ ਨਾਲ ਲਿਖ ਦੇਣਾ, 20F ਜਿਹੜੇ ਨਾਲ ਹੈਗੇ। ਇਸੇ ਤਰ੍ਹਾਂ ਹੀ F ਵਾਲੇ ਨੂੰ ਵੀ ਐਡ ਕਰਨਾ, F ਨੂੰ ਛੱਡ ਦੇਣਾ, 7 6 13 13 ਤੇ 9 22, 13 ਤੇ 9 22, 22 ਤੇ 3 25, 25 10 35, 35 ਤੇ 5 40 ਤੇ 4 44 ਜਮਾ F ਆ ਗਿਆ, ਇੱਥੇ ਆ ਗਿਆ 44 ਜਮਾ F ਆ ਗਿਆ। ਹੁਣ ਇਹ ਵੈਲਿਊ ਜਿਹੜੀਆਂ ਸਾਰੀਆਂ ਮੀਨ ਦੀ ਵੀ, ਸਿਗਮਾ, ਇਹਨੂੰ ਸਿਗਮਾ ਕਹਿੰਦੇ, ਤੁਹਾਨੂੰ ਦੱਸਿਆ ਕਿ ਸਿਗਮਾ FI XI ਮਤਲਬ FI XI ਦਾ ਜੋੜ, ਦੈਟ ਇਜ਼ ਨੋਨ ਐਜ਼ ਸਿਗਮਾ। ਸਮ ਆਫ ਦੀਜ਼ ਟਰਮਸ ਉਹਨੂੰ ਕਹਿੰਦੇ ਸਿਗਮਾ FI XI, ਇਹਨੂੰ ਕਹਿੰਦੇ ਸਿਗਮਾ FI ਕਹਿੰਦੇ, ਇਹਨੂੰ ਇੱਥੇ ਸਿਗਮਾ FI ਲਿਖ ਦਾਂਗੇ। ਇਹਨਾਂ ਦੀਆਂ ਵੈਲਿਊਜ਼ ਸਿੱਧੀਆਂ ਡਾਇਰੈਕਟ ਇੱਥੇ ਫਾਰਮੂਲੇ 'ਚ ਆਪਾਂ ਇੱਥੇ ਭਰ ਦੇਣੀਆਂ। ਹੁਣ ਆ X ਬਾਰ ਦਾ ਮਤਲਬ ਹੁੰਦਾ ਮੀਨ, ਤੇ ਮੀਨ ਸਾਡੇ ਕੋਲ ਦਿੱਤਾ, ਆਪਾਂ ਲਿਖਿਆ ਇੱਥੇ ਮੀਨ ਕਿੰਨਾ ਦਿੱਤਾ 18, X ਬਾਰ ਦੀ ਜਗ੍ਹਾ ਤੇ ਆਪਾਂ 18 ਲਿਖ ਦੇਣਾ, ਇਜ਼ ਇਕੁਅਲ ਟੂ ਸਿਗਮਾ FI XI ਦੀ ਜਗ੍ਹਾ ਤੇ 752 ਪਲੱਸ 20, 752 ਪਲੱਸ 20 F ਲਿਖ ਦੇਣਾ ਇੱਥੇ, ਓਵਰ ਕਿੰਨਾ ਆ ਗਿਆ 44 ਜਮਾ F, 44 ਜਮਾ F। ਹੁਣ ਆਪਾਂ ਇੱਥੋਂ F ਦੀ ਵੈਲਿਊ ਕੱਢਣੀ ਹੈ, ਮੇਨ ਪੁਆਇੰਟ ਇਹ ਆ ਗਿਆ ਸਾਡੇ ਕੋਲ। ਹੁਣ ਉਹ ਦੇਖੋ ਕਿੱਦਾਂ ਕੱਢਣੀ, 18 ਦਾ ਮਤਲਬ ਹੁੰਦਾ 18/1, ਕ੍ਰੋਸ ਮਲਟੀਪਲਾਈ ਕਰਨਾ, ਤਿਰਛੀ ਗੁਣਾ, ਮਤਲਬ ਇਹਨੂੰ ਇਹਦੇ ਨਾਲ, ਇਹਨੂੰ ਇਹਦੇ ਨਾਲ ਗੁਣਾ ਕਰ ਦੇਣਾ, ਇਹਨੂੰ ਸਾਰੇ ਨੂੰ ਇਹਦੇ ਨਾਲ ਗੁਣਾ ਕਰਨਾ। ਇੱਥੇ ਲਿਖਾਂਗੇ 18 ਬ੍ਰੈਕਟ 'ਚ ਲਿਖ ਦੇਣਾ 44 ਜਮਾ F ਬਰਾਬਰ ਆ ਜਾਏਗਾ 752 ਜਮਾ 20F ਆ ਗਿਆ। ਹੁਣ ਇਹਨੂੰ ਮਲਟੀਪਲਾਈ ਕਰ ਦਿਓ, 18 ਚੌਕ ਕਿੰਨਾ ਹੁੰਦਾ 72, 18 ਚੌਕ 72 ਤੇ 7 79, 72 ਤੇ 7 79 ਜਮਾ, ਆ ਜਮਾ ਦਾ ਨਿਸ਼ਾਨ ਆ ਗਿਆ, 18 ਨੂੰ F ਨਾਲ ਵੀ ਗੁਣਾ ਕਰ ਦਿਓ, 18F ਆ ਗਿਆ, ਬਰਾਬਰ ਕਿੰਨਾ ਆ ਗਿਆ 752 ਪਲੱਸ ਕਿੰਨਾ ਆ ਗਿਆ 20F ਆ ਗਿਆ। ਹੁਣ F ਵਾਲੇ ਵੱਖਰੇ ਕਰਦੇ ਨੇ, ਬਿਨਾਂ F ਵਾਲੇ ਵੱਖਰੇ ਕਰਦੇ ਨੇ, 792 ਇਹਨੂੰ ਇੱਧਰ ਲੈ ਜਾਓ, ਮਾਈਨਸ ਦੇ ਹੋ ਗਏ 752 ਇਜ਼ ਇਕੁਅਲ ਟੂ ਕਿੰਨਾ ਆ ਗਿਆ 20F, ਇਹਨੂੰ ਉੱਧਰ ਲੈ ਜਾਓ ਤੇ ਮਾਈਨਸ 18F ਆ ਗਿਆ, ਇਹਨੂੰ ਮਾਈਨਸ ਕਰ ਦਿਓ 40, ਮਾਈਨਸ ਕਰਕੇ 40, ਇਹ ਆ ਗਿਆ 2F, ਇਹਦੇ ਵਿੱਚੋਂ ਆਪਾਂ F ਕੱਢ ਲੈਣਾ, F ਦੇ ਨਾਲ ਵਾਲੀ ਰਕਮ ਇਹਦੇ ਡਿਨੋਮੀਨੇਟਰ 'ਚ ਥੱਲੇ ਆ ਜਾਂਦੀ ਆ, 40/2, 2 1 ਦਾ 2, 2 20 ਦਾ ਆਨਸਰ ਆ ਗਿਆ। F ਦੀ ਵੈਲਿਊ ਕਿੰਨੀ ਆ ਗਈ ਸਾਡੇ ਕੋਲ 20 ਵੈਲਿਊ ਆ ਗਈ ਸਾਡੀ F ਦੀ। ਇਹ ਬੇਟੇ ਮੀਨ ਦੇ ਨਾਲ ਸੰਬੰਧਿਤ ਰਿਲੇਟਡ ਕੁਐਸਚਨਸ ਹੈਗੇ ਸੀ ਜਿਹੜੇ ਤੁਸੀਂ ਕਰ ਲੈਣੇ। ਮੀਨ ਵਾਲਾ ਇੱਕ ਟੌਪਿਕ ਸਾਡਾ ਖਤਮ ਹੋ ਗਿਆ। ਮੀਨ ਦੇ ਨਾਲ ਰਿਲੇਟਡ ਕਿਸ ਤਰ੍ਹਾਂ ਦੇ ਕੁਐਸਚਨਸ ਆ ਸਕਦੇ ਆ।